ਪਿਆਰੇ ਦੋਸਤੋ, ਅੱਜ ਆਪਾਂ ਜਿਸ ਵਿਸ਼ੇ 'ਤੇ ਗੱਲ ਕਰਨੀ ਆ ਉਹ ਆ ਇੱਕ ਪ੍ਰਵਾਸੀ ਸਾਹਿਤ। ਪ੍ਰਵਾਸੀ ਸਾਹਿਤ 'ਤੇ ਗੱਲ ਕਰਨ ਦਾ ਇੱਕ ਵਿਸ਼ੇਸ਼ ਸਬੱਬ ਆ ਕਿ ਬਹੁਤ ਸਾਰੇ ਪੋਸਟ ਗ੍ਰੈਜੂਏਟ MA ਦੇ ਕੋਰਸਾਂ ਵਿੱਚ ਇੱਕ ਕਿਤਾਬ ਲੱਗੀ ਹੋਈ ਆ ਹਰਚੰਦ ਸਿੰਘ ਬੇਦੀ ਦੀ ਦੇਸ ਹੋਇਆ ਪਰਦੇਸ, ਜਿਸ ਦੇ ਵਿੱਚ ਪ੍ਰਵਾਸੀ ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਨੇ। ਪਰ ਉਸ ਉੱਪਰ ਗੱਲ ਕਰਨ ਤੋਂ ਪਹਿਲਾਂ ਜ਼ਰੂਰੀ ਆ ਕਿ ਤੁਹਾਡੇ ਨਾਲ ਪ੍ਰਵਾਸੀ ਸਾਹਿਤ ਬਾਰੇ ਕੁਝ ਗੱਲਾਂ ਕਰ ਲਈਆਂ ਜਾਣ। ਤਾਂ ਸਭ ਤੋਂ ਪਹਿਲਾਂ ਕਿ ਪ੍ਰਵਾਸੀ ਸਾਹਿਤ, ਕਿ ਪ੍ਰਵਾਸੀ ਕੌਣ ਆ, ਪ੍ਰਵਾਸੀ ਸਾਹਿਤ ਕਦੋਂ ਪੈਦਾ ਹੋਇਆ, ਇਹ ਨਾਮਕਰਨ ਇਸ ਦਾ ਕਿਵੇਂ ਹੋਇਆ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਜਿਹੜੀ ਪਹਿਲੀ ਗੱਲ ਕਿ ਪ੍ਰਵਾਸੀ ਦੇ ਪੰਜਾਬੀ ਵਿੱਚ ਦੋ ਸ਼ਬਦ ਜੋੜ ਪ੍ਰਚਲਿਤ ਨੇ। ਇੱਕ ਸ਼ਬਦ ਜੋੜ ਆ ਪੱਪਾ ਰਾਰਾ, ਪਰਵਾਸੀ, ਜਿਹੜਾ ਪਰਵਾਸੀ ਭਾਵ ਜਿਹੜਾ ਕਿਤੇ ਹੋਰ ਜਾ ਕੇ ਵਸ ਗਿਆ ਹੋਵੇ, ਅਤੇ ਦੂਸਰਾ ਪੱਪੇ ਦੇ ਪੈਰ ਚਰਾਰਾ ਪ੍ਰਵਾਸੀ, ਜਿਸ ਤੋਂ ਭਾਵ ਇਹ ਕਿ ਕੋਈ ਵਿਅਕਤੀ ਜਦੋਂ ਕਿਸੇ ਥਾਂ ਤੋਂ ਜੁਦਾ ਹੋ ਜਾਂਦਾ ਹੈ। ਭਾਵਾਂ ਇਹਨਾਂ ਦੋਹਾਂ ਸ਼ਬਦਾਂ ਦੇ ਅਰਥ ਆ ਜਿਹੜੇ ਉਹ ਇੱਕ ਥਾਂ 'ਤੇ ਮਿਲ ਜਾਂਦੇ ਆ, ਚਾਹੇ ਕੋਈ ਆਪਣੇ ਮੂਲ ਸਥਾਨ ਤੋਂ ਜੁਦਾ ਹੋਇਆ ਹੋਵੇ ਅਤੇ ਚਾਹੇ ਓਪਰਿਆਂ ਦੇ ਵਿੱਚ, ਅਜਨਬੀਆਂ ਦੇ ਵਿੱਚ, ਪਰਾਇਆਂ ਦੇ ਵਿੱਚ ਜਾ ਕੇ ਵਸਿਆ ਹੋਵੇ, ਉਹ ਪ੍ਰਵਾਸੀ ਆ। ਜਿਹੜਾ ਪ੍ਰਵਾਸੀ ਸ਼ਬਦ ਆ ਸਾਹਿਤ ਦੇ ਲਈ, ਇਹਦੇ ਲਈ ਕੁਝ ਹੋਰ ਸ਼ਬਦ ਵੀ ਪ੍ਰਚਲਿਤ ਨੇ। ਕਿਸੇ ਸਮੇਂ ਇਸ ਨੂੰ ਵਿਦੇਸ਼ੀ ਸਾਹਿਤ ਵੀ ਆਖਿਆ ਜਾਂਦਾ ਸੀ, ਕਿ ਪੰਜਾਬੀ ਦਾ ਵਿਦੇਸ਼ੀ ਸਾਹਿਤ, ਕਿ ਜਿਹੜਾ ਸਾਹਿਤ ਵਿਦੇਸ਼ਾਂ ਵਿੱਚ ਲਿਖਿਆ ਜਾਂਦਾ ਹੈ, ਵਿਦੇਸ਼ਾਂ ਵਿੱਚ ਲਿਖਿਆ ਜਾਂਦਾ, ਭਾਰਤ ਜਾਂ ਪਾਕਿਸਤਾਨ ਤੋਂ ਬਾਹਰ ਰਚਿਆ ਜਾਂਦਾ ਹੈ। ਇਸ ਲਈ ਅੱਜ ਕੱਲ੍ਹ ਇੱਕ ਸ਼ਬਦ ਡਾਇਸਪੋਰਾ ਲਿਟਰੇਚਰ ਜਾਂ ਡਾਇਸਪੋਰਿਕ ਲਿਟਰੇਚਰ ਸ਼ਬਦ ਵੀ ਵਰਤਿਆ ਜਾਂਦਾ ਹੈਗਾ, ਪਰ ਪੰਜਾਬੀ ਦੇ ਵਿੱਚ ਬਹੁਤਾ ਜਿਹੜਾ ਸ਼ਬਦ ਪ੍ਰਚਲਿਤ ਆ ਉਹ ਪ੍ਰਵਾਸੀ ਸਾਹਿਤ ਹੀ ਹੈ। ਹੁਣ ਅਗਲੀ ਗੱਲ ਕਿ ਪ੍ਰਵਾਸੀ ਸਾਹਿਤ ਕਦੋਂ ਕੁ ਰਚਿਆ ਜਾਣਾ ਸ਼ੁਰੂ ਹੋਇਆ, ਤਾਂ ਮੋਟੇ ਤੌਰ 'ਤੇ ਕਿ ਜਦੋਂ ਤੋਂ ਪ੍ਰਵਾਸੀ ਜਾਂ ਕਹਿ ਲਓ ਕਿ ਪੰਜਾਬੀ ਪ੍ਰਦੇਸਾਂ ਵਿੱਚ ਜਾ ਕੇ ਵਸਣੇ ਸ਼ੁਰੂ ਹੋਏ ਆ, ਉਸ ਸਮੇਂ ਹੀ, ਜਾਂ ਜਾਣੇ ਸ਼ੁਰੂ ਹੋਏ ਆ, ਉਸ ਸਮੇਂ ਹੀ ਜਿਹਨੂੰ ਕਹਿ ਸਕਦੇ ਹਾਂ ਕਿ ਪ੍ਰਵਾਸੀ ਸਾਹਿਤ ਰਚਿਆ ਜਾਣ ਲੱਗਿਆ। ਵੈਸੇ ਤਾਂ ਇਹ ਵੀ ਕਿਹਾ ਜਾਂਦਾ ਹੈਗਾ ਕਿ ਪ੍ਰਵਾਸੀ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਵਿਦੇਸ਼ ਵਿੱਚ ਹੀ ਜਾਇਆ ਜਾਵੇ, ਕਿਉਂਕਿ ਜੇ ਮੈਂ ਕਿ ਮਨ ਪਰਦੇਸੀ ਜੇ ਥੀਆ ਸਭੋ ਦੇਸ਼ ਪਰਾਇਆ, ਤਾਂ ਸਾਰੇ ਦੇਸ਼ ਓਪਰੇ ਲੱਗਦੇ ਆ। ਜਦੋਂ ਬੰਦਾ ਆਪਣੇ ਲੋਕਾਂ ਤੋਂ, ਆਪਣੀ ਧਰਤੀ, ਜਿਵੇਂ ਆਪਣੀ ਮੌਜੂਦਾ ਸਥਿਤੀ ਤੋਂ ਜਦੋਂ ਬੰਦਾ ਅਪਰਾਮ ਹੋ ਜਾਂਦਾ ਹੈ, ਇਸ ਅਪਰਾਮ ਹੋਣ ਦੇ ਕਾਰਨ ਭੌਤਿਕ ਵੀ ਹੋ ਸਕਦੇ ਆ ਅਤੇ ਮਾਨਸਿਕ ਵੀ ਹੋ ਸਕਦੇ ਆ। ਪਰ ਆਪਾਂ ਜਿਸ ਪ੍ਰਵਾਸੀ ਸਾਹਿਤ ਦੀ ਗੱਲ ਕਰਦੇ ਹਾਂ, ਤਾਂ ਬੁਨਿਆਦੀ ਤੌਰ 'ਤੇ ਜੇ ਉਹਨੂੰ ਪਰਿਭਾਸ਼ਾਬੱਧ ਕਰਨਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਵੀ ਪੰਜਾਬੀ ਵਸੇ ਨੇ, ਅਤੇ ਉਹ ਉੱਥੇ ਜਿਹੜੀ ਰਚਨਾ ਕਰ ਰਹੇ ਨੇ, ਉਸ ਨੂੰ ਲੇਖਕ ਦੇ ਪੱਖੋਂ, ਲੇਖਕ ਦੇ ਪੱਖੋਂ ਉਸ ਨੂੰ ਅਸੀਂ ਪ੍ਰਵਾਸੀ ਸਾਹਿਤ ਕਹਿ ਸਕਦੇ ਹਾਂ। ਹਾਲਾਂਕਿ ਪ੍ਰਵਾਸੀ ਸਾਹਿਤ ਦੀਆਂ ਆਪਣੇ ਕੁਝ ਲੱਛਣ ਨੇ ਅਤੇ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਨੇ, ਉਹ ਪੂਰੀਆਂ ਹੋਣ 'ਤੇ ਹੀ ਕਿਸੇ ਸਾਹਿਤ ਨੂੰ ਅਸੀਂ ਪ੍ਰਵਾਸੀ ਦਾ ਦਰਜਾ ਦਿੰਦੇ ਹਾਂ। ਹੁਣ ਅਗਲੀ ਗੱਲ ਪੈਦਾ ਹੁੰਦੀ ਆ ਕਿ ਇਹ ਪੰਜਾਬੀ ਆ ਜਿਹੜੇ ਇਹ ਬਾਹਰ ਕਦੋਂ ਕੁ ਤੋਂ ਜਾਣ ਲੱਗੇ। ਵੈਸੇ ਤਾਂ ਸਾਡੇ ਕੋਲ ਬਹੁਤ ਸਾਰੀਆਂ ਲੋਕ ਬੋਲੀਆਂ ਮਿਲਦੀਆਂ ਨੇ ਕਿ ਬਾਰੀ ਬਰਸੀ ਖੱਟਣ ਗਿਆ ਸੀ, ਤਾਂ ਬਾਰੀ ਬਰਸੀ ਆ ਜਿਹੜਾ 12-12 ਸਾਲ ਜਿਹੜੇ ਬਾਹਰ ਖੱਟਣ ਕਮਾਉਣ ਲਈ ਜਾਣਾ, ਇਹ ਤਾਂ ਚਾਹੇ ਸੌਦਾਗਰੀ ਕਰਨ ਲਈ, ਚਾਹੇ ਨੌਕਰੀ ਕਰਨ ਲਈ ਪਹਿਲਾਂ ਤੋਂ ਹੀ ਜਾਂਦੇ ਆ। ਇਹ ਬਹੁਤ ਸਾਰਾ ਜਿਹੜਾ ਸਾਡਾ ਲੋਕ ਸਾਹਿਤ ਆ ਉਹ ਇਸ ਨਾਲ ਸੰਬੰਧਿਤ ਸਾਡੇ ਕੋਲ ਮਿਲ ਜਾਂਦਾ ਹੈ। ਪਰ ਉਹ ਦੇਸ਼ ਵਿੱਚ ਰਚਿਆ ਸਾਹਿਤ ਆ ਜਿਹੜਾ ਪਰਦੇਸੀ ਦੇ ਲਈ ਇੱਕ ਚਾਹਤ ਦੇ ਵਿੱਚੋਂ, ਉਸ ਦੀ ਉਡੀਕ ਦੇ ਵਿੱਚੋਂ, ਉਸ ਦੀ ਬਿਰਹਾ ਦੇ ਵਿੱਚੋਂ ਪੈਦਾ ਹੁੰਦਾ ਹੈ। ਵੈਸੇ ਜਿਹੜਾ ਹੈਗਾ ਪ੍ਰਵਾਸੀ ਹੋਣਾ, ਜੇ ਅਸੀਂ ਕਹੀਏ ਤਾਂ ਸਾਡੇ
ਜਿਹਨੂੰ ਕਹਿ ਸਕਦੇ ਹਾਂ ਕਿ ਜੇ ਸਾਡੇ ਕੋਲ ਪੁਰਾਣੀ ਤੋਂ ਪੁਰਾਣੀ ਕੋਈ ਇਤਿਹਾਸਕ ਹਵਾਲਾ ਮਿਲਦਾ ਹੈ ਤੇ ਉਹ ਨਾਨਕ ਪਾਤਸ਼ਾਹ ਦਾ ਹੀ ਮਿਲਦਾ ਹੈ ਕਿ ਉਹਨਾਂ ਨੇ ਲੰਮੀਆਂ ਅਦਾਸੀਆਂ ਕੀਤੀਆਂ ਤੇ ਉਹਨਾਂ ਅਦਾਸੀਆਂ ਦੇ ਵਿੱਚ ਉਹ ਮੌਜੂਦਾ ਪੰਜਾਬ ਆ ਜਿਹੜਾ ਇਸ ਦੀਆਂ ਜਿਹੜੀਆਂ ਹੱਦਾਂ ਨੇ ਉਹਨਾਂ ਤੋਂ ਬਾਹਰ ਗਏ। ਉਹ ਚਾਹੇ ਅਸਾਮ 'ਚ ਗਏ, ਚਾਹੇ ਉਹ ਲੰਕਾ ਦੇ ਵਿੱਚ ਗਏ ਤੇ ਚਾਹੇ ਕਿਸੇ ਹੋਰ ਪਾਸੇ ਵੱਲ ਮੱਕੇ ਵੱਲ ਜਾਂ ਕਾਬੇ ਵੱਲ ਗਏ। ਤਾਂ ਇਹ ਅਸੀਂ ਕਹਿ ਸਕਦੇ ਹਾਂ। ਦੂਸਰਾ ਜਿਹੜਾ ਪਸਾਰ ਹੈਗਾ ਕਿ ਪੰਜਾਬੀ ਜਿਸ ਹੁਣ ਜਿਹੜੀ ਮੌਜੂਦਾ ਸਥਿਤੀ ਹੈਗੀ ਆ ਕਿ ਇਹ ਪ੍ਰਵਾਸੀ ਕਦੋਂ ਬਾਹਰ ਜਾਣ ਲੱਗੇ ਤੇ ਪਹਿਲੀ ਪੱਧਰ 'ਤੇ ਇਹ ਫੌਜ ਦੇ ਵਿੱਚ ਭਰਤੀ ਹੋ ਕੇ, ਖਾਸ ਕਰਕੇ ਜਿਹੜੇ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਹੋ ਕੇ ਉਹ ਬਾਹਰ ਗਏ। ਇਹਦੇ ਹਵਾਲੇ ਸਾਡੇ ਕੋਲੇ ਲੋਕ ਸਾਹਿਤ ਦੇ ਵਿੱਚ ਮਿਲਦੇ ਆ ਕਿ ਬਸਰੇ ਦੀ ਲਾਮ ਟੁੱਟ ਜੇ ਮੈਂ ਰੰਡੀਓਂ ਸੁਹਾਗਣ ਹੋਵਾਂ। ਤਾਂ ਉਸ ਸਮੇਂ ਜਿਹੜੇ ਫੌਜੀ ਨੇ ਉਹ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ, ਪੰਜਾਬ ਦੀਆਂ ਹੱਦਾਂ ਤੋਂ ਬਾਹਰ, ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਉਹ ਰਹਿੰਦੇ ਰਹੇ ਹੈ। ਉਸ ਤੋਂ ਬਾਅਦ ਜਿਹੜਾ ਪੰਜਾਬੀਆਂ ਦਾ ਪ੍ਰਵਾਸ ਆ ਉਹ ਨੇੜੇ ਦੇ ਮੁਲਕਾਂ ਦੇ ਵਿੱਚ ਹੋਇਆ ਤੇ ਜ਼ਿਆਦਾਤਰ ਉਹ ਜਾਂ ਤਾਂ ਫੌਜੀ ਹੀ ਸਨ ਜਿਹੜੇ ਮਲਾਇਆ, ਸਿੰਗਾਪੁਰ, ਬਰਮਾ ਜਾਂ ਚੀਨ ਇਹਨਾਂ ਮੁਲਕਾਂ ਦੇ ਵਿੱਚ ਗਏ ਰੋਟੀ ਰੋਜ਼ੀ ਲਈ ਜਾਂ ਨੌਕਰੀ ਦੇ ਲਈ। ਔਰ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਹੁਣ ਜਿਸ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ ਉਸ ਪ੍ਰਵਾਸ ਦਾ ਤਾਂ ਆਰੰਭ ਹੁੰਦਾ ਹੈਗਾ ਕਿ ਇੰਗਲੈਂਡ ਦੇ ਵਿੱਚ ਜਾਣੇ ਸ਼ੁਰੂ ਹੁੰਦੇ ਹੈਗੇ ਆ ਅਮੀਰ ਲੋਕ, ਰਾਜੇ ਮਹਾਰਾਜੇ, ਸਾਬਕਾ ਰਾਜੇ ਮਹਾਰਾਜੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਈਨ ਮੰਨ ਲਈ ਸੀ। ਉਹ ਸੈਰ ਦੇ ਲਈ ਜਾਂ ਪੜ੍ਹਾਈ ਦੇ ਲਈ ਜਾਂ ਅਮੀਰ ਤਬਕੇ ਦੇ ਲੋਕ ਜਾਂਦੇ ਸੀ, ਪਰ ਉਹ ਜਾ ਕੇ ਵਾਪਸ ਆ ਜਾਂਦੇ ਸੀ। ਆਮ ਕਰਕੇ ਵਕਾਲਤ ਦਾ ਜਿਹੜਾ ਹੈਗਾ ਉਹ ਕਿੱਤਾ ਅਪਣਾ ਲੈਂਦੇ ਸੀ ਤੇ ਵਕਾਲਤ ਦਾ ਹੀ ਕੋਰਸ ਕਰਨ ਜਾਂਦੇ ਸੀ, ਬੈਰਿਸਟਰੀ ਕਰਨ ਜਾਂਦੇ ਸੀ। ਇਸ ਸਮੇਂ ਦੇ ਕੁਝ ਹਵਾਲੇ ਅਮਰਜੀਤ ਚੰਦਨ ਨੇ ਅਜਿਹੇ ਵੀ ਲੱਭੇ ਨੇ ਕਿ ਕੁਝ ਜਿਹੜੇ ਭਾਟੜਾ ਭਾਈਚਾਰੇ ਦੇ ਬੰਦੇ ਨੇ ਉਹ ਕਿਸੇ ਸਮੇਂ ਤੁਰਦੇ ਤੁਰਦੇ ਗਏ। ਇਉਂ ਜਾਣ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਦਾ ਇਹ ਮੱਤ ਆ ਕਿ ਜਿਪਸੀ ਵੀ ਕਿਤੇ ਪੰਜਾਬ ਦੇ ਵਿੱਚੋਂ ਕਿਸੇ ਸਮੇਂ ਹਿਜਰਤ ਕਰਕੇ ਗਏ ਸੀਗੇ। ਪਰ ਆਪਾਂ ਉਸ ਪ੍ਰਵਾਸ ਦੀ ਗੱਲ ਨਹੀਂ ਕਰਦੇ, ਆਪਾਂ ਫਿਰ ਦੂਸਰੇ ਪ੍ਰਵਾਸ ਦੀ ਗੱਲ ਕਰਦੇ ਹਾਂ ਕਿ ਜਦੋਂ ਆਵਾਜਾਈ ਆਮ ਹੋਈ ਤੇ ਬ੍ਰਿਟਿਸ਼ ਪ੍ਰਬੰਧ ਅਧੀਨ ਜਦੋਂ ਅੰਗਰੇਜ਼ ਸਾਮਰਾਜ ਸੀ ਉਸੇ ਸਮੇਂ ਹੀ ਬਰਤਾਨੀਆ ਤੋਂ ਇਲਾਵਾ ਜਿਹੜੇ ਲੋਕ ਨੇ ਤਾਂ ਉਸ ਤਰ੍ਹਾਂ ਜੇ ਅਸੀਂ ਪਹਿਲਾ ਪ੍ਰਵਾਸੀ ਕਹੀਏ ਤਾਂ ਉਹ ਜਲਾਵਤਨ ਕਿਹਾ ਜਾ ਸਕਦਾ ਹੈ। ਉਹ ਚਾਹੇ ਕੂਕਿਆਂ ਦੇ ਜਿਹੜੇ ਗੁਰੂ ਨੇ, ਨਾਮਧਾਰੀ ਸੰਪਰਦਾਇ ਦੇ ਜਿਹੜੇ ਗੁਰੂ ਨੇ ਰਾਮ ਸਿੰਘ ਜੀ, ਚਾਹੇ ਉਹਨਾਂ ਦੀ ਗੱਲ ਕਰੀਏ ਸਤਿਗੁਰ ਬਾਬਾ ਰਾਮ ਸਿੰਘ ਦੀ, ਅਤੇ ਚਾਹੇ ਅਸੀਂ ਉਹ ਗੱਲ ਕਰੀਏ ਕਿ ਜਦੋਂ ਦਲੀਪ ਸਿੰਘ ਨੂੰ ਉੱਥੇ ਲਿਜਾਇਆ ਜਾਂਦਾ ਹੈਗਾ ਇੰਗਲੈਂਡ ਦੇ ਵਿੱਚ। ਪਰ ਦੂਜੇ ਪਾਸੇ ਕੀ ਆ ਕਿ ਆਪਣੇ ਆਪ ਜਿਹੜੇ ਹੈਗੇ ਆ ਪੰਜਾਬੀ ਚੰਗੀ ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਅਮਰੀਕਾ ਕੈਨੇਡਾ ਜਾਂਦੇ ਆ ਅਤੇ ਉਹ ਕਾਮਾ ਗਾਟਾ ਮਾਰੋ ਵਾਲਾ ਜਿਹੜਾ ਸਾਕਾ ਹੈਗਾ, ਜਹਾਜ਼ ਵਾਲਾ ਸਾਕਾ ਹੈਗਾ, ਉਹ ਅਸੀਂ ਸਾਰੇ ਜਾਣਦੇ ਹਾਂ। ਇਹ ਜਿਹੜਾ ਹੈਗਾ ਸਾਡਾ ਪ੍ਰਵਾਸ, ਇਹ ਹੁਣ ਅਸੀਂ ਮੋਟੇ ਤੌਰ 'ਤੇ ਪ੍ਰਵਾਸ ਨੂੰ ਦੋ ਪੜਾਵਾਂ 'ਚ ਵੰਡ ਲੈਂਦੇ ਹਾਂ ਕਿ ਇੱਕ ਆਜ਼ਾਦੀ ਤੋਂ ਪਹਿਲਾਂ ਦਾ ਪ੍ਰਵਾਸ ਅਤੇ ਇੱਕ ਆਜ਼ਾਦੀ ਤੋਂ ਬਾਅਦ ਦਾ ਪ੍ਰਵਾਸ। ਜਿਹੜਾ ਪੰਜਾਬੀਆਂ ਦਾ ਆਜ਼ਾਦੀ ਤੋਂ ਪਹਿਲਾਂ ਦਾ ਪ੍ਰਵਾਸ ਆ ਉਹ ਬੁਨਿਆਦੀ ਤੌਰ 'ਤੇ ਉਹਦਾ ਇੱਕ ਪੜਾਅ ਜਿਹੜਾ ਉਹ ਜਿਹਨੂੰ ਉਹਨੇ ਸਾਹਿਤ ਰਚਿਆ ਜਿਹੜਾ ਉਹ ਗਦਰ ਲਹਿਰ ਦਾ ਸਾਹਿਤ ਆ, ਜਿਹੜਾ ਗਦਰ ਗੂੰਜਾਂ ਦੇ ਨਾਂ ਥੱਲੇ ਗਦਰ ਅਖਬਾਰ ਦੇ ਵਿੱਚ ਛਪਦਾ ਰਿਹਾ, ਗਦਰ ਲਹਿਰ ਨਾਲ ਜਿਹੜਾ ਸੰਬੰਧਿਤ ਸਾਹਿਤ ਹੈ। ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲ ਸਾਹਿਤ ਹੈ ਉਹ ਉਸ ਤਰ੍ਹਾਂ ਦਾ ਸਾਹਿਤ ਨਹੀਂ, ਉਹ ਉਸੇ ਸਮੇਂ ਹੀ ਦੇਸ਼ ਦੀ ਆਜ਼ਾਦੀ ਵਾਲਾ ਸਾਹਿਤ ਆ। ਜੇ ਅਸੀਂ ਉਸ ਸਾਹਿਤ ਦੀ ਗੱਲ ਕਰੀਏ ਕਿ ਉਹਦੇ ਛੰਦ ਅਤੇ ਕਾਵਿ ਰੂਪ ਆ ਜਿਹੜੇ ਰਵਾਇਤੀ ਨੇ, ਵਾਰਤਕ ਲਿਖਣ ਦਾ ਢੰਗ ਜਿਹੜਾ ਰਵਾਇਤੀ ਆ, ਪਰ ਉਹਦੇ ਵਿੱਚ ਜਿਹੜੇ ਵਿਸ਼ੇ ਨੇ ਉਹ ਸਾਰੇ ਆਧੁਨਿਕਤਾ ਵਾਲੇ ਆ। ਸਾਮਰਾਜ ਦਾ ਵਿਰੋਧ ਕਰਨਾ, ਭਾਰਤੀਆਂ ਅੰਦਰ ਏਕਤਾ ਪੈਦਾ ਕਰਨੀ, ਆਜ਼ਾਦੀ ਦੀ ਤੜਪ ਪੈਦਾ ਕਰਨੀ, ਅਮੀਰੀ ਗਰੀਬੀ ਦਾ ਪਾੜਾ ਮਟਾਉਣ ਦੀ ਕੋਸ਼ਿਸ਼ ਕਰਨੀ, ਜਾਤਾਂ ਧਰਮਾਂ ਵੰਡੀਆਂ, ਇਲਾਕਿਆਂ ਦੀਆਂ ਵੰਡੀਆਂ ਦੀ ਥਾਵੇਂ ਹਿੰਦੀ ਹੋਣ ਦਾ, ਹਿੰਦੁਸਤਾਨੀ ਹੋਣ ਦਾ, ਭਾਰਤੀ ਹੋਣ ਦਾ ਇੱਕ ਸਾਂਝ ਪੈਦਾ ਕਰਨਾ ਉਸ ਸਾਹਿਤ ਦਾ ਵੱਡਾ ਕੰਮ ਸੀਗਾ। ਪਰ ਜਿਸ ਸਾਹਿਤ ਦੀ ਅਸੀਂ ਹੁਣ ਗੱਲ ਕਰ ਰਹੇ ਹਾਂ ਇਹ ਵੀ ਉਹ ਸਾਹਿਤ ਨਹੀਂ। ਇਹ ਸਾਹਿਤ ਦਾ ਜਿਹੜਾ ਸੰਬੰਧ ਹੈਗਾ ਉਹ 1947 ਤੋਂ ਬਾਅਦ, ਦੇਸ਼ ਦੀ ਆਜ਼ਾਦੀ ਤੋਂ ਬਾਅਦ, ਜਦੋਂ ਸਾਡੇ ਲੋਕ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਾਣੇ ਸ਼ੁਰੂ ਹੁੰਦੇ ਆ ਕਈ ਕਾਰਨਾਂ ਕਰਕੇ,
ਚੰਗੇ ਮੋਟੇ ਤੌਰ 'ਤੇ ਚੰਗੇ ਰੁਜ਼ਗਾਰ ਦੀ ਤਲਾਸ਼ ਵਿੱਚ ਜਦੋਂ ਜਾਣਾ ਸ਼ੁਰੂ ਕਰਦੇ ਆ ਤਾਂ ਉਹ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਆ ਤਾਂ ਉੱਥੇ ਜਾ ਕੇ ਫਿਰ ਉਹ ਜਿਹੜੀ ਸਾਹਿਤ ਰਚਨਾ ਕਰਦੇ ਆ, ਉਸ ਸਾਹਿਤ ਰਚਨਾ ਦਾ ਸੰਬੰਧ ਆ। ਤਾਂ ਉਸ ਵਿੱਚ ਜਿਹੜਾ ਇੱਕ ਵੱਡਾ ਉਛਾਲ ਆਉਂਦਾ ਹੈਗਾ ਉਹ ਕਿ ਜਦੋਂ ਜਿਹਨੂੰ ਕਹਿੰਦੇ ਆ ਵਾਊਚਰ ਸਿਸਟਮ ਦੇ ਉੱਤੇ ਪੰਜਾਬੀ ਇੰਗਲੈਂਡ ਦੇ ਵਿੱਚ ਜਾਣਾ ਸ਼ੁਰੂ ਹੁੰਦੇ ਆ। ਸੈਕੰਡ ਵਰਲਡ ਵਾਰ ਤੋਂ ਬਾਅਦ ਕਲੋਨੀਆਂ ਦੇ ਖੁੱਸ ਜਾਣ ਤੋਂ ਬਾਅਦ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚ ਕਾਰਖਾਨੇ ਚੱਲਦੇ ਰੱਖਣ ਲਈ, ਕੰਮ ਕਰਨ ਦੇ ਲਈ ਲੇਬਰ ਦੀ ਜ਼ਰੂਰਤ ਪਈ ਤਾਂ ਉਹ ਲੇਬਰ ਆ ਜਿਹੜੀ ਉਹ ਗਈ। ਇਹ ਇੰਗਲੈਂਡ ਇੱਕ ਵੱਡਾ ਹਿੱਸਾ ਬਣਿਆ ਤਾਂ ਇੱਕ ਵੱਡਾ ਅੱਡਾ ਬਣਿਆ ਤਾਂ ਉਹਦਾ ਜਿਹੜਾ ਸ਼ਹਿਰ ਆ ਸਾਊਥ ਹਾਲ, ਉਹਦਾ ਜਿਹੜਾ ਇੱਕ ਇਲਾਕਾ ਜਿਹੜਾ ਉਹ ਕੇਂਦਰ ਬਣਿਆ, ਕਹਿ ਲੈ ਸਕਦੇ ਹਾਂ ਕਿ ਦੂਜਾ ਪੰਜਾਬ ਬਣਿਆ। ਇਸ ਤੋਂ ਇਲਾਵਾ ਬ੍ਰਿਟਿਸ਼ ਪੀਰੀਅਡ ਦਰਮਿਆਨ ਵੀ ਅਤੇ ਬ੍ਰਿਟਿਸ਼ ਪੀਰੀਅਡ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਫਰੀਕਾ ਦੇ ਵੱਖ-ਵੱਖ ਮੁਲਕਾਂ ਦੇ ਵਿੱਚ, ਕੀਨੀਆ ਦੇ ਵਿੱਚ, ਯੁਗੰਡਾ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਰੇਲਵੇ ਲਾਈਨ ਵਿਛਾਉਣ ਲਈ ਅਤੇ ਹੋਰ ਕਾਰਜ ਲਈ, ਇੱਥੋਂ ਤੱਕ ਕਿ ਅਧਿਆਪਕ ਵੀ ਜਿਹੜੇ ਪੰਜਾਬੀ ਉਹ ਵੱਡੀ ਪੱਧਰ 'ਤੇ ਗਏ, ਕੀਨੀਆ, ਯੁਗੰਡਾ ਵਗੈਰਾ। ਇਹ ਇੱਕ ਦੂਜਾ ਪ੍ਰਵਾਸ ਆ ਕਿ ਜਿਹੜਾ ਅਫਰੀਕੀ ਮੁਲਕਾਂ ਦੇ ਵਿੱਚ ਹੋਇਆ। ਅਤੇ ਉਹ ਇੱਕ ਜਿਹੜਾ ਪਹਿਲਾ ਪ੍ਰਵਾਸ ਹੈਗਾ ਉਹ ਨੇੜੇ ਦੇ ਮੁਲਕਾਂ ਦੇ ਵਿੱਚ, ਜਿਵੇਂ ਮਲਾਇਆ ਹੋਇਆ, ਸਿੰਗਾਪੁਰ ਹੋਇਆ, ਬਰਮਾ ਹੋਇਆ ਅਤੇ ਇਹ ਆਪਣਾ ਇਹ ਇਲਾਕਾ ਹਾਂਗਕਾਂਗ ਹੋਇਆ। ਦੂਜਾ ਜਿਹੜਾ ਹੈਗਾ ਇੰਗਲੈਂਡ ਦਾ ਪ੍ਰਵਾਸ, ਤੀਜਾ ਜਿਹੜਾ ਅਮਰੀਕਾ ਕੈਨੇਡਾ ਦਾ ਪ੍ਰਵਾਸ, ਚੌਥਾ ਜਿਹੜਾ ਇਹਦੇ ਨਾਲ ਹੀ ਅਸੀਂ ਪ੍ਰਵਾਸ ਕਹਿ ਸਕਦੇ ਹਾਂ ਕਿ ਜਿਹੜਾ ਅਫਰੀਕਾ ਇਹਨਾਂ ਦੇਸ਼ਾਂ ਵਿੱਚ ਹੋਇਆ। ਥੋੜ੍ਹਾ ਬਹੁਤਾ ਪ੍ਰਵਾਸ ਇਹਦੇ ਨਾਲ ਹੀ ਵੱਖ-ਵੱਖ ਸਮਿਆਂ 'ਤੇ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਵੀ ਹੁੰਦਾ ਰਿਹਾ। ਪਰ ਇੱਕ ਪ੍ਰਵਾਸ ਆ ਜਿਹੜਾ ਉਹ ਪਿਛਲੇ ਕੁਝ ਸਾਲਾਂ ਤੋਂ ਹੀ ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੱਲ ਵੀ ਪ੍ਰਵਾਸ ਹੋਇਆ। ਹੁਣ ਕਿਹਾ ਜਾਂਦਾ ਹੈਗਾ ਕਿ ਕਿਸੇ ਸਮੇਂ ਜਿਹੜੀ ਪੰਜਾਬੀ ਆ ਉਹ 5 ਦਰਿਆਵਾਂ ਦੀ ਬੋਲੀ ਸੀ। ਇਸ ਸਮੇਂ ਜਿਹੜੀ ਪੰਜਾਬੀ ਆ ਉਹ 7 ਸਮੁੰਦਰਾਂ ਦੀ ਭਾਸ਼ਾ ਹੈਗੀ ਹੈ। ਇਹ 7 ਸਮੁੰਦਰਾਂ ਦੀ ਭਾਸ਼ਾ ਹੈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਪੰਜਾਬੀ ਆ ਉਹ 150 ਮੁਲਕਾਂ ਦੇ ਵਿੱਚ ਵੱਸਦੇ ਆ। ਕੋਈ 200 ਦੇ ਕਰੀਬ ਦੇਸ਼ ਨੇ, ਉਹਨਾਂ ਦੇ ਵਿੱਚੋਂ ਕਹਿੰਦੇ ਕਿ 150 ਮੁਲਕਾਂ ਦੇ ਵਿੱਚ ਵੱਸਦੇ ਆ, ਪਰ 100 ਮੁਲਕਾਂ ਦੇ ਵਿੱਚ ਪੱਕੇ ਵੱਸਦੇ ਆ। ਅਤੇ ਇਸ ਦਾ ਵੀ ਇੱਕ ਆਧਾਰ ਆ। ਉਹ ਆਧਾਰ ਇਹ ਆ ਕਿ ਜੇ ਤੁਸੀਂ ਕਿਸੇ ਵੀ ਮੁਲਕ ਦਾ ਨਾਂ ਅਤੇ ਨਾਲ ਉਹਦੇ ਗੁਰਦੁਆਰਾ ਸਾਹਿਬ ਪਾ ਦਿਓ ਅਤੇ ਨੈੱਟ ਦੇ ਉੱਤੇ ਤੁਹਾਨੂੰ ਉਸ ਗੁਰਦੁਆਰੇ ਦਾ ਐਡਰੈਸ ਜਾਂ ਉਸ ਦੀਆਂ ਤਸਵੀਰਾਂ ਜਾਂ ਉਹਦੇ ਨਾਲ ਸੰਬੰਧਿਤ ਖਬਰਾਂ ਮਿਲ ਜਾਣਗੀਆਂ। ਇੱਥੋਂ ਪੱਕ ਲੱਗਦਾ ਹੈਗਾ ਕਿ ਜੇ 100 ਦੇਸ਼ਾਂ ਦੇ ਵਿੱਚ ਘੱਟੋ ਘੱਟ ਗੁਰਦੁਆਰੇ ਸਥਾਪਿਤ ਨੇ ਤਾਂ ਉੱਥੇ ਲਾਜ਼ਮੀ ਤੌਰ 'ਤੇ ਸਿੱਖ ਲੋਕ ਰਹਿੰਦੇ ਆ, ਪੰਜਾਬੀ ਲੋਕ ਰਹਿੰਦੇ ਹੀ ਹੋਣਗੇ। ਹਾਲਾਂਕਿ ਇਹ ਡਾਟਾ ਕਲੈਕਸ਼ਨ ਕਰਨਾ ਵੀ ਇੱਕ ਜ਼ਰੂਰਤ ਹੈਗੀ ਕਿ ਅਸੀਂ ਡਾਟਾ ਕਲੈਕਸ਼ਨ ਕਰੀਏ। ਪਰ ਹੁਣ ਅਸੀਂ ਫਿਰ ਉਹ ਮੁੱਢਲੇ ਮਸਲੇ ਵੱਲ ਆਉਣੇ ਆ ਕਿ ਜਿਹੜਾ ਇਹ ਪ੍ਰਵਾਸ ਹੈਗਾ ਇਹ ਕਿਹੜੇ ਕਾਰਨਾਂ ਕਰਕੇ ਹੋਇਆ। ਦੁਨੀਆ ਭਰ ਦੇ ਵਿੱਚ ਪ੍ਰਵਾਸ ਹੁੰਦਾ ਹੈਗਾ, ਉਹ ਕਈ ਉਹਦੇ ਕਾਰਨ ਨੇ। ਪ੍ਰਵਾਸੀਆਂ ਦੇ ਬਾਹਰ ਜਾਣ ਦੇ ਜਿਹੜੇ ਕਾਰਨ ਨੇ ਉਹ ਕਈ ਕਾਰਨ ਨੇ। ਪਹਿਲਾ ਕਾਰਨ ਜਿਹੜਾ ਇਹ ਬਣਦਾ ਹੈਗਾ ਕਿ ਕੁਦਰਤੀ ਆਫਤਾਂ, ਕਿਤੇ ਹੜ੍ਹ ਆ ਜੇ, ਕਿਤੇ ਭੁਚਾਲ ਆ ਜੇ, ਕਿਤੇ ਅੱਗ ਲੱਗ ਜੇ, ਕਿਤੇ ਭੁੱਖਮਰੀ ਫੈਲ ਜੇ, ਕਿਤੇ ਵਾਤਾਵਰਨ ਵਿੱਚ ਵੱਡੀ ਪੱਧਰ 'ਤੇ ਪਰਿਵਰਤਨ ਆ ਜੇ, ਚਰਾਂਦਾਂ ਖਤਮ ਹੋ ਜਾਣ, ਤਾਂ ਉਹ ਕੁਦਰਤੀ ਆਫਤ ਆ ਜਿਹਦੇ ਕਰਕੇ ਇੱਕ ਪੂਰੇ ਦਾ ਪੂਰਾ ਭਾਈਚਾਰਾ ਜਿਹੜਾ ਦੂਜੇ ਥਾਂ 'ਤੇ ਚਲਿਆ ਜਾਂਦਾ। ਜਿਹੜਾ ਦੂਜਾ ਕਾਰਨ ਬਣਦਾ ਹੈਗਾ ਪ੍ਰਵਾਸ ਦਾ ਉਹ ਆਮ ਕਰਕੇ ਇਹ ਬਣਦਾ ਹੈਗਾ ਕਿ ਕਈ ਵਾਰ ਇੱਕ ਕਬੀਲਾ ਜਾਂ ਇੱਕ ਨਸਲ ਜਾਂ ਇੱਕ ਧਰਮ ਦੇ ਲੋਕ ਦੂਜੇ ਧਰਮ, ਦੂਜੀ ਨਸਲ, ਦੂਜੇ ਕਬੀਲੇ ਦੇ ਲੋਕਾਂ ਨੂੰ ਕਿਸੇ ਥਾਂ ਤੋਂ ਖਦੇੜ ਦਿੰਦੇ ਆ, ਜਿਹਨੂੰ ਕਹਿੰਦੇ ਆ ਕਿ ਜਬਰੀ ਜਿਹੜਾ ਪ੍ਰਵਾਸ ਆ ਕਿਤੋਂ ਧੱਕ ਦਿੱਤਾ ਜਾਂਦਾ, ਕਿਸੇ ਪਾਸੇ ਵੱਲ ਨੂੰ ਧੱਕ ਦਿੱਤਾ ਜਾਂਦਾ ਮਜਬੂਰੀ 'ਚ, ਜਿਵੇਂ ਯਹੂਦੀਆਂ ਦਾ ਪ੍ਰਵਾਸ ਹੋਇਆ। ਤੀਜਾ ਜਿਹੜਾ ਪ੍ਰਵਾਸ ਹੈਗਾ ਉਹ ਪ੍ਰਵਾਸ ਆ ਕਿ ਜਿਹੜਾ ਪ੍ਰਵਾਸ ਬੰਦਾ ਚੰਗੀ ਰੋਟੀ ਰੋਜ਼ੀ, ਚੰਗੇ ਕੰਮ, ਚੰਗੇ ਰੁਜ਼ਗਾਰ ਦੀ ਤਲਾਸ਼ ਵਿੱਚ ਕਰਦਾ ਹੈਗਾ, ਜਿਹਦੇ ਵਿੱਚ ਕਿਤੇ ਨਾ ਕਿਤੇ ਮਜਬੂਰੀ ਭਾਵੇਂ ਕਿੰਨੀ ਵੀ ਹੋਵੇ ਪਰ ਚੋਣ ਸ਼ਾਮਲ ਹੁੰਦੀ ਹੈ। ਜਿਹੜਾ ਪੰਜਾਬੀਆਂ ਦਾ ਬਹੁਤਾ ਪ੍ਰਵਾਸ ਆ ਉਹ ਇਸ ਗੱਲ 'ਤੇ ਆਧਾਰਿਤ ਆ ਕਿ ਪੰਜਾਬੀਆਂ ਨੂੰ ਨਾ ਤਾਂ ਇੱਥੇ ਕੋਈ ਵੱਡੀ ਕੁਦਰਤੀ ਆਫਤ ਆਈ ਹੈ ਅਤੇ ਨਾ ਹੀ ਇੱਥੋਂ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਖਦੇੜਿਆ ਜਾਂ ਧੱਕਿਆ ਹੈ। ਪ੍ਰਵਾਸ ਉਹਨਾਂ ਦਾ ਮਨਮਰਜ਼ੀ ਦੀ ਚੋਣ ਦਾ ਪ੍ਰਵਾਸ ਆ। ਪਰ ਇਸ ਪ੍ਰਵਾਸ ਪਿੱਛੇ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ
ਜਿਹੜੀ ਉਹਨਾਂ ਦੀ ਰੋਟੀ ਰੋਜ਼ੀ ਦਾ ਵਸੀਲਾ ਹੈਗਾ, ਜ਼ਮੀਨ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਹੈ, ਆਬਾਦੀ ਵੱਧਦੀ ਜਾਂਦੀ ਹੈਗੀ ਆ। ਉਹਦਾ ਇੱਕ ਕਾਰਨ ਇਹ। ਦੂਸਰਾ ਇਹ ਕਿ ਜਿਸ ਪੱਧਰ 'ਤੇ ਉਹਨਾਂ ਦੀ ਪੜ੍ਹਾਈ ਲਿਖਾਈ ਜਾਂ ਉਹਨਾਂ ਕੋਲ ਹੁਨਰ ਆ, ਉਸ ਪੱਧਰ ਦੀ ਨੌਕਰੀ ਨਹੀਂ ਮਿਲਦੀ ਗੀ। ਤਾਂ ਉਸ ਸਥਿਤੀ ਵਿੱਚ ਉਹ ਚੰਗੇ ਜੀਵਨ ਦੀ ਭਾਲ ਵਿੱਚ ਆਪਣੀ ਮਰਜ਼ੀ ਦੇ ਨਾਲ ਹੋਰ ਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਨੇ। ਤਾਂ ਉਹ ਪ੍ਰਵਾਸ ਆ ਜਿਹੜਾ ਉਹ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਲਗਾਤਾਰ ਹੈ। ਅਤੇ ਇਸ ਵਿੱਚ ਇੱਕ ਵੱਡਾ ਛਾਲ 1970 ਦੇ ਵਿੱਚ ਆਉਂਦਾ ਹੈ, ਅਤੇ 70 ਤੋਂ ਬਾਅਦ ਇਸ ਦੇ ਵਿੱਚ ਜਿਹੜਾ ਇਹਦੀ ਗਿਣਤੀ ਆ ਜਾਂ ਜਿਹੜਾ ਇਹਦੀ ਰੇਸ਼ੋ ਆ ਉਹ ਵੱਧਦੀ ਹੀ ਜਾ ਰਹੀ ਹੈਗੀ ਆ। ਅੱਜ ਤੱਕ ਉਹ ਨਿਰੰਤਰ ਵੱਧ ਰਹੀ ਆ। ਪਿਛਲੇ ਕੁਝ ਸਮੇਂ ਤੋਂ ਜਿਹੜੇ ਜ਼ਿਆਦਾ ਹੈਗਾ, ਖਾਸ ਕਰਕੇ ਇਸ ਸਦੀ ਦੇ ਵਿੱਚ ਜਿਹੜਾ ਜ਼ਿਆਦਾ ਪ੍ਰਵਾਸ ਹੋਇਆ ਉਹ ਦੋ ਤਰੀਕਿਆਂ ਨਾਲ ਹੋਇਆ। ਇੱਕ ਇਹ ਕਿ ਪਹਿਲਾਂ ਗਿਆ ਲੋਕਾਂ ਨੇ ਪਰਿਵਾਰਾਂ ਨੂੰ ਪਿੱਛੋਂ ਮੰਗਾਇਆ ਹੈਗਾ, ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਬੀਵੀ ਨੂੰ, ਆਪਣੇ ਮਾਂ-ਬਾਪ ਨੂੰ। ਅਤੇ ਦੂਜਾ ਜਿਹੜਾ ਪ੍ਰਵਾਸ ਹੈਗਾ ਕਿ ਪਹਿਲਾਂ ਵਿਦਿਆਰਥੀ ਆ ਜਿਹੜੇ ਉਹ ਸਟੂਡੈਂਟ ਵੀਜ਼ੇ 'ਤੇ ਜਾਂਦੇ ਆ, ਫਿਰ ਉੱਥੇ ਵਰਕ ਵੀਜ਼ਾ ਲੈਂਦੇ ਆ, ਅਤੇ ਫਿਰ ਉੱਥੇ ਉਸ ਦੇਸ਼ ਵਿੱਚ ਪੱਕੇ ਹੋ ਜਾਂਦੇ ਆ। ਮੁੱਢਲੇ ਤੌਰ 'ਤੇ ਉਹ ਪੜ੍ਹਾਈ ਲਈ ਜਾਂਦੇ ਆ, ਜਿਵੇਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਇੰਗਲੈਂਡ ਵਿੱਚ ਇਸ ਕਿਸਮ ਦਾ ਪ੍ਰਵਾਸ ਵੇਖਣ ਨੂੰ ਮਿਲ ਰਿਹਾ ਹੈਗਾ। ਇਹ ਜਿਹੜੇ ਪ੍ਰਵਾਸੀ ਲੋਕ ਨੇ, ਇਹਨਾਂ ਨੇ ਫਿਰ ਜਿਹੜੇ ਦੇਸ਼ਾਂ ਵਿੱਚ ਗਏ ਨੇ ਉੱਥੇ ਜਾ ਕੇ ਇਹਨਾਂ ਨੇ ਸਾਹਿਤ ਰਚਨਾ ਕੀਤੀ। ਅਤੇ ਉਹ ਜਿਹੜੀ ਸਾਹਿਤ ਰਚਨਾ ਕੀਤੀ ਆ ਉਹਦੇ ਵਿੱਚੋਂ ਕੁਝ ਤਾਂ ਅਜਿਹੇ ਲੋਕ ਸੀਗੇ ਜਿਹੜੇ ਭਾਰਤ ਵਿੱਚ ਰਹਿੰਦਿਆਂ ਵੀ ਸਾਹਿਤ ਰਚਨਾ ਕਰ ਰਹੇ ਸੀ, ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਸਾਹਿਤ ਰਚਨਾ ਜਾਰੀ ਰੱਖੀ। ਜਿਵੇਂ ਗੁਰਚਰਨ ਰਾਮਪੁਰੀ ਹੋ ਗਏ, ਜਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਵਰਿਆਮ ਸੰਧੂ ਹੋ ਗਏ, ਜਾਂ ਅਸੀਂ ਜਿਸ ਤਰ੍ਹਾਂ ਕਹਿ ਸਕਦੇ ਹੈਗੇ ਹਾਂ ਕਿ ਸਾਡੇ ਬਹੁਤ ਸਾਰੇ ਲੇਖਕ ਆ ਜਿਹੜੇ ਦੇਸ਼ ਵਿੱਚ ਵੀ ਰਚਨਾ ਕਰਦੇ ਸੀ ਅਤੇ ਬਾਹਰ ਵੀ ਉਹ ਰਚਨਾ ਕਰਦੇ ਸੀ, ਉਹ ਚਾਹੇ ਰਘਵੀਰ ਢੰਡ ਹੋਣ। ਦੂਜੇ ਉਹ ਲੇਖਕ ਨੇ ਕਿ ਜਿਨ੍ਹਾਂ ਦੇ ਦੇਸ਼ ਵਿੱਚ ਰਹਿੰਦਿਆਂ ਉਹ ਰਚਨਾ ਨਹੀਂ ਕਰਦੇ ਸੀ, ਪਰ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਸਾਹਿਤ ਦੀ ਲਗਨ ਲੱਗੀ। ਚਾਹੇ ਇਹ ਕਹਿ ਲਈਏ ਕਿ ਹਾਲਾਤਾਂ ਨੇ ਉਹਨਾਂ ਨੂੰ ਲੇਖਕ ਬਣਾ ਦਿੱਤਾ, ਜਾਂ ਕਹਿ ਲਓ ਕਿ ਉਹਨਾਂ ਕੋਲ ਸਮਾਂ ਸੀ, ਜਾਂ ਕਹਿ ਲਓ ਕਿ ਉੱਥੇ ਜਾ ਕੇ ਲੇਖਕ ਬਣੇ। ਤੀਜੇ ਕਿਸਮ ਦੇ ਲੇਖਕ ਉਹ ਆ ਕਿ ਜਿਹੜੇ ਵਿਦੇਸ਼ਾਂ ਵਿੱਚ ਹੀ ਜੰਮੇ ਪਲੇ ਨੇ, ਪਰ ਵਿਦੇਸ਼ ਵਿੱਚ ਜੰਮੇ ਪਲੇ ਹੋਣ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਨਾਲ ਮੋਹ ਰੱਖਦੇ, ਜਾਂ ਆਪਣੀ ਜਿਹੜੀ ਗੱਲ ਆ ਉਹ ਪੰਜਾਬੀ ਦੇ ਵਿੱਚ ਜਾਂ ਪੰਜਾਬੀ ਸਾਹਿਤ ਦੇ ਵਿੱਚ ਕਹਿਣਾ ਚਾਹੁੰਦੇ ਆ ਜਾਂ ਕਹਿੰਦੇ ਆ, ਉਹ ਲੇਖਕ ਨੇ। ਅਤੇ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਸਾਹਿਤ ਰਚਨਾ ਦਾ ਜਿਹੜਾ ਵੱਡਾ ਭਾਗ ਉਹ ਆ ਕਿ ਜਿਹੜੇ ਵਿਅਕਤੀ ਪੰਜਾਬ ਨਾਲ ਜੁੜੇ ਹੋਏ ਨੇ, ਵਿਦੇਸ਼ ਵਿੱਚ ਜਾਂਦੇ ਨੇ, ਦੇਸ਼ ਵਿੱਚ ਵੀ ਉਹ ਸਾਹਿਤਕ ਮੱਸ ਰੱਖਦੇ ਅਤੇ ਬਾਹਰ ਜਾ ਕੇ ਵੀ ਉਹ ਸਾਹਿਤਕ ਮੱਸ ਜਾਰੀ ਰੱਖਦੇ ਨੇ। ਤਾਂ ਉਹ ਸਾਹਿਤਕਾਰ ਸਾਡੇ ਕੋਲ ਆਉਂਦੇ ਆ। ਅਤੇ ਇਹ ਜਿਹੜਾ ਹੁਣ ਸਾਹਿਤ ਹੈਗਾ, ਇਸ ਸਾਹਿਤ ਦੀਆਂ ਕੀ ਕੋਈ ਵਿਸ਼ੇਸ਼ਤਾਵਾਂ ਬਣਦੀਆਂ ਨੇ ਕਿ ਜਿਸ ਨਾਲ ਇਹ ਬਾਕੀ ਸਾਹਿਤ ਤੋਂ ਵੱਖਰਾ ਨਿਖੇੜਿਆ ਜਾ ਸਕੇ? ਇਹ ਸਾਡੇ ਅੱਗੇ ਕੁਝ ਪ੍ਰਸ਼ਨ ਬਣਦੇ ਨੇ, ਅਤੇ ਉਹਨਾਂ ਪ੍ਰਸ਼ਨਾਂ ਦੇ ਵਿੱਚੋਂ ਇਹ ਕਿ ਕੀ ਸਾਡੇ ਜਿਹੜੇ ਲੇਖਕ ਆ ਉਹਨਾਂ ਦੀਆਂ ਕੀ ਸਮੱਸਿਆਵਾਂ ਆਉਂਦੀਆਂ ਜਿਹੜੀਆਂ ਉਹਨਾਂ ਦੇ ਸਾਹਿਤ ਨੂੰ ਵਿਲੱਖਣ ਬਣਾਉਂਦੀਆਂ ਨੇ। ਉਹਦੇ ਵਿੱਚੋਂ ਇੱਕ ਗੱਲ ਤਾਂ ਇਹ ਕਿ ਜਦੋਂ ਵੀ ਕੋਈ ਵਿਅਕਤੀ ਆਪਣਾ ਦੇਸ਼ ਛੱਡ ਕੇ ਜਾਂਦਾ ਹੈਗਾ, ਆਪਣੀ ਉਹ ਭਾਸ਼ਾ ਤੋਂ ਟੁੱਟ ਜਾਂਦਾ ਹੈ, ਆਪਣੇ ਬਹੁਗਿਣਤੀ ਜਿਸ ਨਸਲ ਵਿੱਚ ਰਹਿੰਦਾ ਰਿਹਾ ਉਹ ਨਸਲ ਤੋਂ ਟੁੱਟ ਜਾਂਦਾ ਹੈ, ਆਪਣੇ ਧਰਮ ਤੋਂ ਟੁੱਟ ਜਾਂਦਾ ਹੈ, ਆਪਣੇ ਸੱਭਿਆਚਾਰ ਤੋਂ ਟੁੱਟ ਜਾਂਦਾ ਹੈ। ਤਾਂ ਉਹ ਜਦੋਂ ਵਿਦੇਸ਼ਾਂ ਵਿੱਚ ਜਾਂਦਾ ਹੈ ਤਾਂ ਪਹਿਲਾਂ ਉਸ ਨੂੰ ਸੱਭਿਆਚਾਰਕ ਝਟਕਾ ਲੱਗਦਾ, ਕਲਚਰਲ ਸ਼ੌਕ ਲੱਗਦੀ ਹੈ ਕਿ ਮੈਂ ਕਿੱਥੇ ਆ ਗਿਆ ਜਿੱਥੇ ਮੇਰੀ ਨਾ ਭਾਸ਼ਾ ਸਮਝੀ ਜਾ ਰਹੀ ਹੈਗੀ ਆ, ਨਾ ਜਿਹੜਾ ਮੇਰਾ ਹੈਗਾ ਧਰਮ, ਇੱਥੇ ਬਹੁਗਿਣਤੀ ਦੇ ਮੇਰੇ ਧਰਮ ਦੇ ਲੋਕ ਵਸਦੇ ਆ, ਨਾ ਇੱਥੇ ਜਿਹਨੂੰ ਕਿਹਾ ਜਾ ਸਕਦਾ ਹੈਗਾ ਕਿ ਮੇਰੇ ਵਿਸ਼ਵਾਸਾਂ ਵਾਲੇ ਲੋਕ ਰਹਿ ਰਹੇ ਨੇ। ਤਾਂ ਉਸ ਨੂੰ ਫਿਰ ਯਾਦ ਆਉਂਦਾ ਦੇਸ਼, ਆਪਣੀ ਮਾਤ ਭੂਮੀ ਯਾਦ ਆਉਂਦੀ ਆ, ਮਾਤ ਭਾਸ਼ਾ ਯਾਦ ਆਉਂਦੀ ਆ, ਆਪਣੇ ਰਿਸ਼ਤੇਦਾਰ, ਮਾਂ ਪਿਓ ਰਿਸ਼ਤੇਦਾਰ ਨਜ਼ਰ ਆਉਂਦੇ ਆ, ਅਤੇ ਬਚਪਨ ਦੀਆਂ ਯਾਦਾਂ ਨਜ਼ਰ ਆਉਂਦੀਆਂ। ਇਹਦੇ ਵਿੱਚੋਂ ਜਿਹਨੂੰ ਕਹਿੰਦੇ ਹੈਗੇ ਨੋਸਟੈਲਜੀਆ ਪੈਦਾ ਹੁੰਦਾ ਹੈਗਾ, ਅਦਰੇਵਾਂ ਪੈਦਾ ਹੁੰਦਾ ਹੈਗਾ। ਤਾਂ ਪ੍ਰਵਾਸੀ ਸਾਹਿਤ ਦਾ ਜਿਹੜਾ ਇੱਕ ਮੂਲ ਵਿਸ਼ਾ ਹੈਗਾ ਉਹ ਅੱਜ ਤੱਕ ਹਮੇਸ਼ਾ ਹੀ ਜਿਹਨੂੰ ਕਹਿ ਸਕਦੇ ਹਾਂ ਕਿ ਅਦਰੇਵਾਂ ਰਿਹਾ ਹੈ। ਭਾਵਾਂ ਇਹ ਅਦਰੇਵਾਂ ਹੁਣ ਘਟ ਰਿਹਾ ਹੈਗਾ, ਉਹਦੇ ਕਈ ਕਾਰਨ ਨੇ। ਸੰਚਾਰ ਸਾਧਨਾਂ ਦਾ ਵਧਣਾ, ਆਵਾਜਾਈ ਦੇ ਸਾਧਨਾਂ ਦਾ ਵਧਣਾ, ਅਤੇ ਇਹ ਪਹਿਲਾਂ ਮੰਨ ਕੇ ਹੀ ਜਾਣਾ ਕਿ ਹੁਣ ਨਵੇਂ ਦੇਸ਼ ਵਿੱਚ ਹੀ ਅਸੀਂ ਜਾ ਕੇ ਵਸਣਾ ਹੈ ਅਤੇ ਉੱਥੇ ਵੀ ਪੰਜਾਬੀ ਭਾਈਚਾਰੇ ਦਾ ਵਧੇਰੇ ਹੋਣਾ। ਭਾਵਾਂ ਅੱਜ ਦੇ ਸਾਹਿਤ ਵਿੱਚ ਇਹ ਓਡੀ ਵੱਡੀ ਸਮੱਸਿਆ ਨਹੀਂ ਰਹੀ, ਪਰ ਆਰੰਭ ਦੇ ਵਿੱਚ ਜਿਹੜਾ ਮੂਲ ਭਾਵ ਆ ਉਹ ਅਦਰੇਵੇਂ ਦਾ
ਪ੍ਰਵਾਸੀ ਸਾਹਿਤ ਵਿੱਚ ਹਮੇਸ਼ਾ ਹੀ ਨਸਟੈਲਜੀਏ ਦਾ ਹਮੇਸ਼ਾ ਹੀ ਰਹਿੰਦਾ ਹੈ। ਆਪਣੀ ਮਾਤ ਭਾਸ਼ਾ ਦੇ ਵਿੱਚ ਮਾਤ ਭਾਸ਼ਾ ਦੇ ਨਾਲ ਆਪਣੀ ਮਾਤਰ ਭੂਮੀ ਦੇ ਨਾਲ ਜਿਹੜਾ ਜੋੜ ਆ ਤੇ ਜਿਹੜਾ ਦੂਸਰੇ ਕਲਚਰ ਦੇ ਵਿੱਚ ਦੂਸਰੇ ਸੱਭਿਆਚਾਰ ਦੇ ਵਿੱਚ ਓਪਰਾ ਮਹਿਸੂਸ ਕਰਨਾ ਹੈ, ਇਹ ਭਾਵ ਹੀ ਮਨ ਦੇ ਵਿੱਚ ਦਚਿੱਤੀ ਵੀ ਪੈਦਾ ਕਰਦਾ ਹੈ ਕਿ ਕੀ ਮੈਂ ਦੋ ਮਾਵਾਂ ਦਾ ਪੁੱਤਰ ਹਾਂ, ਮੈਂ ਕਿਹੜੇ ਦੇਸ਼ ਨਾਲ ਆਪਣੀ ਵਫਾਦਾਰੀ ਰੱਖਾਂ, ਕੀ ਮੈਂ ਆਪਣਾ ਇੰਡੀਅਨ ਪਾਸਪੋਰਟ ਛੱਡ ਦੇਵਾਂ ਜਾਂ ਨਾ ਛੱਡ ਦੇਵਾਂ। ਅਜਿਹੇ ਜਿਹੜੇ ਸਵਾਲ ਆ ਹਰ ਵਿਅਕਤੀ ਨੂੰ ਹੀ ਪ੍ਰਵਾਸੀ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਅਤੇ ਉਸ ਦੇ ਸਿੱਟੇ ਵਜੋਂ ਇਹ ਜਿਹੜਾ ਵਿਸ਼ਾ ਇਹ ਸਾਹਿਤ ਵਿੱਚ ਵੀ ਆਇਆ ਅਤੇ ਕਵਿਤਾ ਵਿੱਚ ਵੀ ਆਇਆ। ਇਹ ਇੱਕ ਵਿਸ਼ਾ ਹੈ। ਦੂਜਾ ਜਿਹੜਾ ਗੱਲ ਆਉਂਦੀ ਹੈਗੀ ਆ ਉਹ ਕਿ ਜਦੋਂ ਤੁਸੀਂ ਓਪਰੇ ਲੋਕਾਂ 'ਚ ਜਾਂਦੇ ਆ ਤਾਂ ਨਿਸ਼ਚੇ ਹੀ ਉਹਨਾਂ ਦੀ ਵੀ ਕੋਈ ਲੋੜ ਹੁੰਦੀ ਆ, ਉਹ ਤੁਹਾਨੂੰ ਜੀ ਆਇਆਂ ਵੀ ਆਖਦੇ ਆ। ਪਰ ਇਸ ਦੇ ਬਾਵਜੂਦ ਹਰ ਸੱਭਿਆਚਾਰ ਦੇ ਵਿੱਚ ਜਿਹੜਾ ਇੱਕ ਬਹੁ ਗਿਣਤੀ ਅਤੇ ਘੱਟ ਗਿਣਤੀ ਦਾ ਦਵੰਦ ਹੁੰਦਾ ਹੈ ਕਿ ਹਮੇਸ਼ਾ ਹੀ ਬਾਹਰੋਂ ਆਇਆਂ ਨੂੰ, ਘੱਟ ਗਿਣਤੀ ਨੂੰ, ਓਪਰਿਆਂ ਨੂੰ ਨਾਲ ਵਿਤਕਰਾ ਕੀਤਾ ਜਾਂਦਾ। ਅਤੇ ਇਹ ਵਿਤਕਰਾ ਜਦੋਂ ਨਸਲ ਆਧਾਰ 'ਤੇ ਹੋਵੇ ਜਾਂ ਧਰਮ ਆਧਾਰ 'ਤੇ ਹੋਵੇ ਜਾਂ ਇਸ ਤਰ੍ਹਾਂ ਭਾਸ਼ਾ ਦੇ ਆਧਾਰ 'ਤੇ ਹੋਵੇ ਅਤੇ ਉਦੋਂ ਚੁੱਭਦਾ ਬਹੁਤ ਆ। ਅਤੇ ਜਿਹੜਾ ਇੰਗਲੈਂਡ ਦੇ ਵਿੱਚ ਨਸਲੀ ਵਿਤਕਰਾ ਜਦੋਂ 70ਵਿਆਂ ਦੇ ਵਿੱਚ ਪੰਜਾਬੀ ਗਏ ਉਹਨਾਂ ਨੂੰ ਵੱਡੀ ਪੱਧਰ 'ਤੇ ਇਹ ਫੇਸ ਕਰਨਾ ਪਿਆ। ਪਰ ਕੋਈ ਵੀ ਦੇਸ਼ ਅਜਿਹਾ ਨਹੀਂ ਆ, ਭਾਵਾਂ ਕਿਤੇ ਵੀ ਇਹ ਕਾਨੂੰਨ ਨਹੀਂ ਆ, ਕਿਤੇ ਵੀ ਇਹ ਜਾਰਾ ਨਹੀਂ ਆ, ਪਰ ਲੁਪਤ ਰੂਪ ਵਿੱਚ ਇਹ ਨਾ ਹੋਵੇ। ਹਰ ਪ੍ਰਵਾਸੀ ਨੂੰ ਜ਼ਿੰਦਗੀ ਵਿੱਚ ਕਦੇ ਨਾ ਕਦੇ ਨਸਲੀ ਵਿਤਕਰਾ ਜ਼ਰੂਰ ਹੰਢਾਉਣਾ ਪੈਂਦਾ ਅਤੇ ਇਹ ਜਿਹੜਾ ਨਸਲੀ ਵਿਤਕਰਾ ਹੈ ਉਸ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਹੈ ਉਹ ਲਿਖੀਆਂ ਜਾਂਦੀਆਂ ਹੈਗੀਆਂ। ਇੱਥੋਂ ਤੱਕ ਕਿ ਅਮਰੀਕਾ ਜਾਂ ਕੈਨੇਡਾ, ਖਾਸ ਕਰਕੇ ਕੈਨੇਡਾ ਜਿਹਨੂੰ ਮਲਟੀਕਲਚਰਲ ਦੇਸ਼ ਕਿਹਾ ਜਾਂਦਾ ਹੈਗਾ, ਜਿਹੜਾ ਮਲਟੀਕਲਚਰ ਨੂੰ ਇੱਕ ਨੀਤੀ ਵਜੋਂ ਅਪਣਾਇਆ ਹੋਇਆ ਹੈ, ਪਰ ਉੱਥੇ ਵੀ ਇਹ ਨਸਲੀ ਵਿਤਕਰਾ ਮਿਲ ਜਾਂਦਾ ਹੈਗਾ। ਅਮਰੀਕਾ ਦੇ ਵਿੱਚ ਤਾਂ ਖਾਸ ਕਰਕੇ ਜਦੋਂ 11 ਦੇ ਬਾਅਦ ਜਿਹੜਾ ਇੱਕ ਘਟਨਾਕ੍ਰਮ ਵਾਪਰਿਆ ਹੈਗਾ ਉਸ ਦੇ ਵਿੱਚ ਪੰਜਾਬੀਆਂ ਨੂੰ ਖਾਸ ਕਰਕੇ ਜਿਹੜੇ ਪੱਗ ਬੰਨ੍ਹਦੇ ਆ ਸਿੱਖਾਂ ਨੂੰ, ਉਹਨਾਂ ਨੂੰ ਮੁਸਲਮਾਨ ਸਮਝਣਾ ਜਾਂ ਮਾਰਨਾ ਜਾਂ ਉਹਨਾਂ ਨੂੰ ਗਾਲਾਂ ਕੱਢਣੀਆਂ ਜਾਂ ਉਹਨਾਂ 'ਤੇ ਹਮਲੇ ਕਰਨਾ ਵੀ ਇੱਕ ਆਮ ਵਰਤਾਰਾ ਵਾਪਰਿਆ ਹੈਗਾ। ਅਤੇ ਇਹ ਸਾਹਿਤ ਦਾ ਇੱਕ ਹੋਰ ਸਰੋਕਾਰ ਹੈਗਾ। ਜਿਹੜਾ ਪ੍ਰਵਾਸੀਆਂ ਦਾ ਤੀਜਾ ਸਰੋਕਾਰ ਬਣਦਾ ਹੈ ਉਹ ਵੱਡੇ ਪੱਧਰ 'ਤੇ ਸਾਰੇ ਹੀ ਪ੍ਰਵਾਸੀਆਂ ਦਾ ਬਣਦਾ ਹੈ ਕਿ ਪ੍ਰਵਾਸੀ ਆ ਜਿਹੜੇ ਉਹ ਦੇਸ਼ ਵਿੱਚੋਂ ਕੋਈ ਵੱਡਾ ਸਰਮਾਇਆ ਲੈ ਕੇ ਨਹੀਂ ਜਾਂਦੇਗੇ, ਉਹ ਆਪਣੀ ਸਿਰਫ ਦੇਹ ਹੀ ਲੈ ਕੇ ਜਾਂਦੇ, ਆਪਣਾ ਸਰੀਰ ਹੀ ਲੈ ਕੇ ਜਾਂਦੇ ਆ। ਅਤੇ ਮੁੱਖ ਤੌਰ 'ਤੇ ਉਹਨਾਂ ਨੇ ਵਿਦੇਸ਼ ਵਿੱਚ ਜਾ ਕੇ ਕਿਰਤ ਕਮਾਈ ਕਰਨੀ ਹੁੰਦੀ ਆ, ਮਜ਼ਦੂਰੀ ਕਰਨੀ ਹੁੰਦੀ ਹੈ। ਅਤੇ ਮਜ਼ਦੂਰੀ ਦੇ ਨਾਲ ਜਿਹੜਾ ਹੈਗਾ ਕੰਮ ਬੋਝ, ਅਤੇ ਕੰਮ ਬੋਝ ਜਦੋਂ ਬਹੁਤ ਜ਼ਿਆਦਾ ਕੰਮ ਬੋਝ ਪੈਂਦਾ ਤਾਂ ਬੰਦੇ ਨੂੰ ਲੱਗਦਾ ਕਿ ਮੈਂ ਮਸ਼ੀਨ ਬਣ ਗਿਆ ਹੈਗਾ। ਇਹ ਮਸ਼ੀਨ ਬਣਨ ਦਾ ਜਿਹੜਾ ਅਹਿਸਾਸ ਆ, ਇਹ ਮਸ਼ੀਨ ਬਣਨ ਦੇ ਅਹਿਸਾਸ ਦੇ ਨਾਲ ਹੀ ਜਿਹੜਾ ਉਹਦੇ ਉੱਤੇ ਬਹੁਤ ਜ਼ਿਆਦਾ ਦਬਾਓ ਪੈਂਦਾ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਮੇਰਾ ਜਿਹੜਾ ਮਾਲਕ ਆ, ਜਿਹੜੇ ਫੈਕਟਰੀ ਮਾਲਕ ਨੇ, ਜਿਹੜੇ ਕਾਰਪੋਰੇਟ ਮਾਲਕ ਨੇ, ਉਹ ਮੇਰਾ ਸ਼ੋਸ਼ਣ ਕਰ ਰਹੇ ਨੇ, ਮੇਰਾ ਖੂਨ ਨਿਚੋੜ ਰਹੇ ਨੇ। ਤਾਂ ਉਹਦੇ ਨਾਲ ਜਿਹੜਾ ਕੰਮ ਬੋਝ ਆ ਉਹ ਦੂਰਾ ਤੀਰਾ ਹੋ ਜਾਂਦਾ। ਅਤੇ ਜਦੋਂ ਇਹ ਵੀ ਦਬਾਅ ਹੋਵੇ ਕਿ ਮੈਂ ਪਿੱਛੇ ਆਪਣਾ ਜਿਹੜੇ ਗਹਿਣੇ ਪਏ ਖੇਤ ਛਡਾਉਣੇ ਨੇ, ਮੈਂ ਪਿੱਛੇ ਆਪਣੇ ਮਾਂ ਪਿਓ ਨੂੰ ਜਿਹੜਾ ਕਰਜ਼ਾ ਚੁੱਕਿਆ ਉਹਨਾਂ ਦੀਆਂ ਕਿਸ਼ਤਾਂ ਲਾਉਣੀਆਂ, ਮੈਂ ਵਿਦਿਆਰਥੀ ਵੀਜ਼ੇ 'ਤੇ ਆਇਆ, ਜਿਹੜੀਆਂ ਮੈਂ ਇੱਥੇ ਫੀਸਾਂ ਭਰੀਆਂ ਉਹ ਉਤਾਰਨੀਆਂ, ਅਤੇ ਉਦੋਂ ਫਿਰ ਉਹ 2-2 3-3 ਸ਼ਿਫਟਾਂ ਲਾਉਂਦੇ ਨੇ। ਤਾਂ ਕੰਮ ਬੋਝ ਅਤੇ ਸ਼ੋਸ਼ਣ ਇਹ ਇੱਕ ਹੋਰ ਪਸਾਰ ਉਹਨਾਂ ਦੀ ਕਵਿਤਾ ਦੇ ਨਾਲ ਜੁੜ ਜਾਂਦਾ ਹੈਗਾ। ਤੇ ਅਸੀਂ ਹੋਰ ਗੱਲ ਵੀ ਕਰਨੀ ਚਾਹੁੰਦੇ ਹਾਂ ਪਰ ਉਹ ਅਗਲੀ ਵੀਡੀਓ ਵਿੱਚ ਕਰਾਂਗੇ ਜੀ।